ਸਾਡੇ ਪਾਰਟੀ ਲੈਡ ਜਮਹੂਰੀਅਤ ਹੈ, ਪਾਰਟੀ ਦੀ ਅਗਵਾਈ ਵਾਲੀ ਜਿਹੜੀ ਅਸੀਂ ਕਹਿੰਦੇ ਕਿ ਪਾਰਟੀ ਹੀ ਸਭ ਕੁਝ ਹੈ ਔਰ ਪਾਰਟੀ ਹੀ ਵਿਪ ਜਾਰੀ ਕਰਦੀ ਹੈ, ਪਾਰਟੀ ਦੇ ਮੁਤਾਬਕ ਹੀ ਬੰਦੇ ਨੂੰ ਚੱਲਣਾ ਪੈਂਦਾ। ਪਰ ਕਿਸਾਨ ਅੰਦੋਲਨ ਨੇ ਵੋਟਰ 'ਚ ਵਿਪ ਜਾਰੀ ਕਰਕੇ ਇਹ ਦਿਖਾਇਆ ਕਿ ਜਮਹੂਰੀਅਤ ਦਾ ਦਾਇਰਾ ਹੁਣ ਪਾਰਟੀ ਤੱਕ ਸੀਮਤ ਨਹੀਂ ਵਧਾਉਣਾ ਪਏਗਾ। ਇਹ ਸ਼ਾਇਦ 70 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਪਾਰਟੀਆਂ ਜਿਨ੍ਹਾਂ ਕੋਲ ਦਬਦਬਾ ਹੈ, ਜਿਹੜੀਆਂ ਸੱਤਾ 'ਚ ਰਹੀਆਂ ਜਾਂ ਸੱਤਾ ਦੀਆਂ ਦਾਅਵੇਦਾਰ ਨੇ, ਉਹਨਾਂ ਨੂੰ ਕਿਸਾਨ ਆਗੂਆਂ ਤੋਂ ਟਾਈਮ ਮੰਗਣਾ ਪੈ ਰਿਹਾ ਹੋਵੇ, ਸਾਨੂੰ ਦੱਸੋ ਸਾਡੀ ਵਾਰੀ ਕਦੋਂ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ 2.5 ਸਾਲ 3 ਸਾਲ ਪ੍ਰਧਾਨ ਰਹੇ ਗਏ। ਪਾਰਟੀ ਦੀ ਕੋਈ ਬਣਤਰ ਪੰਜਾਬ 'ਚ ਨਹੀਂ, ਕੋਈ PCC ਨਹੀਂ ਚੁਣੀ ਗਈ, ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਲਾਏ, ਕੁਝ ਨਹੀਂ ਲਾਏ, ਬਗੈਰ ਸਟਰਕਚਰ ਤੋਂ ਤੇ ਬਦਲ ਦਿੱਤੇ ਗਏ ਨੇ। ਕੋਈ ਸੱਦ ਪੁੱਛ ਨਹੀਂ। ਜੇ ਵਰਕਰਾਂ ਦੀ ਸੱਦ ਪੁੱਛ ਹੁੰਦੀ ਤਾਂ ਘੱਟੋ ਘੱਟ ਉਹਨਾਂ ਦੀ ਗੱਲ ਸੁਣੀ ਜਾਂਦੀ ਕਿ ਅਸੀਂ ਵੀ ਅਹੁਦੇਦਾਰ ਹਾਂ। ਬਾਦਲ ਸਾਹਿਬ ਸੀਨੀਅਰ ਬੰਦਿਆਂ ਨਾਲ ਰਾਏ ਕਰ ਲੈਂਦੇ ਜੀ ਕਿਹਨੂੰ ਸੀ ਟਿਕਟ ਦੇਣੀ। ਸੁਖਬੀਰ ਸਿੰਘ ਬਾਦਲ ਨੇ ਤਾਂ ਕੋਰ ਕਮੇਟੀ 'ਚ ਵੀ ਜਾਂ PAC 'ਚ ਵੀ ਚਰਚਾ ਨਹੀਂ ਕੀਤੀ ਕਿਹੜੇ ਉਮੀਦਵਾਰ ਨੂੰ ਟਿਕਟ ਦੇਣੀ। ਤਾਂ ਇਹ ਵਨਮੈਨ ਜਮਹੂਰੀਅਤ ਦਾ ਜਾਂ ਪਾਰਟੀ ਦੇ ਅੰਦਰ ਜਮਹੂਰੀਅਤ? ਪਾਰਟੀ ਪੱਧਰ ਤੱਕ ਹੀ ਜਿਹੜਾ ਹੈਗਾ ਡੈਮੋਕ੍ਰੇਸੀ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ ਕਿ ਪਾਰਟੀਆਂ ਚੋਣਾਂ ਲੜਨਗੀਆਂ, ਜਿੱਤਣਗੀਆਂ ਜਾਂ ਹਾਰਨਗੀਆਂ, ਸੱਤਾ ਧਿਰ 'ਚ ਜਾਂ ਵਿਰੋਧੀ ਧਿਰ 'ਚ ਬਹਿਣਗੀਆਂ, ਇਹੀ ਜਮਹੂਰੀਅਤ ਹੈ। 4 ਸਾਲ 7-8 ਮਹੀਨੇ ਨੇ ਜਿਹੜੇ ਬਾਕੀ ਦੇ, ਉਹਨਾਂ ਦੇ ਵਿੱਚ ਜਮਹੂਰੀਅਤ ਦੀ ਗੱਲ ਕਰਨਾ, ਜਮਹੂਰੀਅਤ ਦਾ ਹੋਕਾ ਦੇਣਾ, ਇਹ ਉਹਨਾਂ ਲੋਕਾਂ ਦਾ ਪੂਰਾ ਹੱਕ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ ਜਿਨ੍ਹਾਂ ਨੇ ਸਰਕਾਰ ਬਣਨ 'ਚ ਜਾਂ ਸਰਕਾਰ ਨਾ ਬਣਨ 'ਚ ਭੂਮਿਕਾ ਅਦਾ ਕੀਤੀ ਹੈ। ਸਾਡੇ ਸਵਾਲ ਪੁੱਛਣ ਤੇ ਸਵਾਲ ਦਾ ਜਵਾਬ ਦੇਣ ਦਾ ਰਿਵਾਜ ਹੀ ਨਹੀਂ ਹੈ। ਲੀਡਰ ਤਾਂ ਇਹ ਮਹਿਸੂਸ ਕਰਦਾ ਤੁਸੀਂ ਕੌਣ ਹੋ ਸਵਾਲ ਪੁੱਛਦੇ। 4.5 ਸਾਲ ਤੇ ਪੌਣੇ 5 ਸਾਲ ਚੀਫ ਮਿਨਿਸਟਰ ਕਦੇ ਦਿਖਾਈ ਦਿੱਤਾ? ਪੂਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਗਿਆ TV ਤੇ ਵੀ ਘਰੋਂ ਹੀ ਪ੍ਰੈਸ ਕਾਨਫਰੰਸ ਕਰਕੇ, ਵਰਚੁਅਲ ਪ੍ਰੈਸ ਕਾਨਫਰੰਸਾਂ ਕਰਕੇ, ਕੈਬਨਿਟ ਵਰਚੁਅਲ ਕਰਕੇ ਉਹ ਚਲੋ ਪੁੱਛਿਆ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸੂਬੇ ਦਾ ਮਾਹੌਲ 4-5 ਮਹੀਨੇ ਪਹਿਲਾਂ ਹੀ ਗਰਮਾ ਗਿਆ ਹੈ। ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਸੂਬਾ ਇਸ ਤੋਂ ਕਾਫੀ ਮਹੀਨੇ ਪਹਿਲਾਂ ਤੋਂ ਹੀ ਜਿਹੜਾ ਕਿਸਾਨ ਅੰਦੋਲਨ ਹੈ ਉਸ ਕਾਰਨ ਸਿਆਸੀ ਤੌਰ ਦੇ ਉੱਤੇ ਤੇ ਸਮਾਜਿਕ ਤੌਰ ਦੇ ਉੱਤੇ ਵੀ ਕਾਫੀ ਚਰਚਾ ਵਿੱਚ ਰਿਹਾ ਹੈ। ਇਸ ਦੌਰਾਨ ਪੰਜਾਬ ਦੀਆਂ ਕੁਝ ਕੁ ਪਾਰਟੀਆਂ ਵੱਲੋਂ ਸਮੇਂ ਤੋਂ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਕਰ ਦੇਣ ਨਾਲ ਜਿਹੜਾ ਹੈਗਾ ਇਸ ਜਿਹੜਾ ਇਹ ਗਤੀ ਚੱਲ ਰਹੀ ਸੀ, ਭਾਵੇਂ ਉਸ ਨੂੰ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਜਾਂ ਫਿਰ ਸੂਬੇ ਦੇ ਅੰਦਰ ਵੱਖ-ਵੱਖ ਕੱਚੇ ਪੱਕੇ ਮੁਲਾਜ਼ਮਾਂ ਵੱਲੋਂ ਜਾਂ ਵੱਖ-ਵੱਖ ਵਰਗਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਸੀ, ਉਸ 'ਚ ਇਸ ਨੂੰ ਦਖਲ ਅੰਦਾਜ਼ੀ ਮੰਨਿਆ ਗਿਆ, ਜਿਸ 'ਚ ਪਹਿਲੀ ਵਾਰ ਹੋਇਆ ਕਿ ਕਿਸਾਨ ਮੋਰਚੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲ ਕਦਮੀ ਕਰਦੇ ਹੋਏ ਵਰਜਿਆ ਗਿਆ ਸਿਆਸੀ ਪਾਰਟੀਆਂ ਨੂੰ ਕਿ ਇਹ ਸਮਾਂ ਉਹਨਾਂ ਦੇ ਚੋਣ ਪ੍ਰਚਾਰ ਕਰਨ ਦਾ ਨਹੀਂ ਹੈਗਾ। ਇਹ ਸਮਾਂ ਪਹਿਲਾਂ ਹੀ ਵਿਵਾਦਤ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਜੋ ਚੱਲ ਰਿਹਾ ਹੈ ਉਸ ਨੂੰ ਹੋਰ ਪ੍ਰਚੰਡ ਕਰਨ ਦਾ ਹੈ ਤੇ ਇਸ ਤੋਂ ਇਲਾਵਾ ਲੋਕਾਂ ਦੀਆਂ ਜੋ ਸਰਕਾਰ ਪ੍ਰਤੀ ਰੋਸ ਹੁੰਦੇ ਨੇ, ਗੁੱਸੇ ਹੁੰਦੇ ਨੇ, ਗਿਲੇ ਹੁੰਦੇ ਨੇ, ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਯਾਦ ਕਰਾਉਣ ਦਾ ਹੈ, ਜਿਸ ਨੂੰ ਕਿ ਚੰਗੀ ਤਰ੍ਹਾਂ ਸ਼ਾਇਦ ਨਾ ਪਬਲਿਕ ਡੋਮੇਨ 'ਚ ਰੱਖਿਆ ਜਾ ਸਕਿਆ ਹੋਵੇ। ਪਰ ਕੁੱਲ ਮਿਲਾ ਕੇ ਜੋ ਇਸ ਪਿੱਛੇ ਮੰਤਵ ਸੀ ਕਿ ਚੋਣ ਪ੍ਰਚਾਰ ਸਮੇਂ ਤੋਂ ਪਹਿਲਾਂ ਕਰਨ ਦੀ ਬਜਾਏ ਦੂਜੀਆਂ ਜੋ ਤਰਜੀਹੀ ਚੀਜ਼ਾਂ ਨੇ ਉਹਨਾਂ ਨੂੰ ਸਮਾਂ ਦਿੱਤਾ ਜਾਏ, ਕਿਉਂਕਿ ਉਹਨਾਂ ਦਾ ਹੱਕ ਪਹਿਲਾਂ ਹੈ ਕਿਸੇ ਵੀ ਸਿਆਸੀ ਪਾਰਟੀ ਤੋਂ ਪਹਿਲਾਂ, ਅਗਲੀਆਂ ਵੋਟਾਂ ਮੰਗਣ ਤੋਂ ਪਹਿਲਾਂ। ਇਸ ਨੂੰ ਵੱਖ-ਵੱਖ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਜੋ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਹਾਲ ਦੀ ਘੜੀ ਪਰਹੇਜ਼ ਕਰਨ ਚੋਣ ਪ੍ਰਚਾਰ ਤੋਂ, ਜਿਸ 'ਚ ਇੱਕ ਵੱਡਾ ਪਹਿਲੂ ਉੱਭਰ ਕੇ ਇਹ ਸਾਹਮਣੇ ਆ ਰਿਹਾ ਕਿ ਇੱਕ ਧਿਰ ਕਹਿ ਰਹੀ ਹੈ ਕਿ ਲੋਕਾਸ਼ਾਹੀ ਦੀ ਜਿੱਤ ਹੈ, ਇਹ ਅਸਲੀ ਅਰਥਾਂ ਦੇ ਵਿੱਚ ਡੈਮੋਕ੍ਰੇਸੀ ਹੈ, ਤੇ ਇੱਕ ਧਿਰ ਕਹਿ ਰਹੀ ਹੈ ਕਿ ਇਹ ਆਲਰੇਡੀ ਜੋ ਜਮਹੂਰੀਅਤ ਦਾ ਜੋ ਵਿਧਾਨ ਹੈ ਉਸ ਦੇ ਵਿੱਚ ਦਖਲ ਅੰਦਾਜ਼ੀ ਹੈ। ਵੋਟਾਂ ਪੈਣਾ, ਚੋਣਾਂ ਹੋਣਾ ਜਿਹੜਾ ਹੈਗਾ ਇਹੀ ਪਛਾਣ ਹੈ ਭਾਰਤੀ ਲੋਕਤੰਤਰ ਦੀ। ਇਸ ਮੁੱਦੇ ਤੇ ਅਸੀਂ ਗੱਲ ਕਰਾਂਗੇ, ਸਾਰੇ ਜਿਹੜੇ ਪਹਿਲੂ ਹੈ ਉਹਨਾਂ ਨੂੰ ਅਸੀਂ ਫਰੋਲਾਂਗੇ। ਮੇਰੇ ਨਾਲ ਬਣੇ ਹੋਏ ਨੇ ਸਰਦਾਰ ਹਰਮੀਤ ਸਿੰਘ ਜੋ ਕਿ ਪੰਜਾਬੀ ਟ੍ਰਿਬਿਊਨ ਦੇ ਨਾਮਵਰ ਪੱਤਰਕਾਰ ਨੇ। ਹਰਮੀਤ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ। ਮੈਂ ਪਹਿਲੀ ਟਿੱਪਣੀ ਲੈਣਾ ਚਾਹਾਂਗਾ ਕਿ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ ਇਹ ਆਜ਼ਾਦ ਭਾਰਤ ਦੇ ਅੰਦਰ ਅਸਲੀ ਅਰਥਾਂ 'ਚ ਜਿਹੜਾ ਹੈਗਾ ਲੋਕਾਸ਼ਾਹੀ ਦੀ ਜਿੱਤ ਹੈ, ਜਮਹੂਰੀਅਤ ਦੀ ਜਿੱਤ ਹੈ, ਤੇ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਮਹੂਰੀਅਤ ਹੀ ਜਮਹੂਰੀਅਤ ਨੂੰ, ਜਮਹੂਰੀਅਤ ਦੀ ਕੈਂਚੀ ਹੀ ਜਮਹੂਰੀਅਤ ਦੀ ਦੂਜੀ ਕੈਂਚੀ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਅਸਲ ਦੇ ਵਿੱਚ ਜਿਹੜਾ ਸਾਡੇ ਪਿਛਲੇ ਲਗਭਗ 3-4 ਦਹਾਕਿਆਂ ਤੋਂ ਜਮਹੂਰੀਅਤ ਦੇ ਮਾਡਲ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ, ਹਾਂਜੀ, ਉਹ ਕੇਵਲ ਤੇ ਕੇਵਲ ਚੋਣਾਂ ਲੜਨਾ ਤੇ ਚੋਣਾਂ 'ਚ ਜਿੱਤ ਪ੍ਰਾਪਤ ਕਰਨਾ, ਉਹਨੂੰ ਹੀ ਜਮਹੂਰੀਅਤ ਮੰਨ ਲਿਆ ਗਿਆ ਕਿ ਇਹੀ ਇੱਕ ਜਮਹੂਰੀਅਤ ਦਾ ਮਾਡਲ ਹੁੰਦਾ ਹੈ। ਪਰਿਭਾਸ਼ਾ ਬਦਲੀ ਹੈ, ਪਰਿਭਾਸ਼ਾ ਹੀ ਬਦਲਤੀ, ਜਦ ਕਿ ਜਮਹੂਰੀਅਤ ਦੇ 2 ਬਰਾਬਰ ਦੇ ਕੰਪੋਨੈਂਟ ਨੇ, 2 ਬਰਾਬਰ ਦੇ ਹਿੱਸੇ ਨੇ ਜੀ। ਇੱਕ ਚੋਣਾਂ ਲੜਨਾ ਵੀ ਇੱਕ ਪੜਾਅ ਹੈ ਜਮਹੂਰੀਅਤ ਦਾ।
ਪਰ ਇਹ ਪੜਾਅ ਹੈ ਕਿ 5 ਸਾਲ ਬਾਅਦ ਇੱਕ ਵਾਰ ਤੁਸੀਂ ਵੋਟ ਦੇਣੀ ਹੈ। ਤੁਹਾਡੇ ਪ੍ਰਤੀਨਿਧੀ ਜਿਹੜੇ ਹੋਣਗੇ ਉਸ ਤੋਂ ਬਾਅਦ ਜਾ ਕੇ ਤੁਹਾਡੇ ਫਾਇਦੇ ਲਈ ਕੰਮ ਕਰਨਗੇ, ਜੇ ਨਹੀਂ ਕਰਨਗੇ 5 ਸਾਲ ਬਾਅਦ ਫੇਰ ਬਦਲ ਦਿਓ। ਇਹ 5 ਸਾਲ ਬਾਅਦ ਇੱਕ ਦਿਨ ਦੀ ਜਮਹੂਰੀਅਤ ਹੈ ਜੀ, ਜਦ ਕਿ ਡੇਲੀ ਦੀ ਰੋਜ਼ਾਨਾ ਦੀ ਲੋਕਾਂ ਦੀ ਫੈਸਲਾ ਕੁਨ ਪ੍ਰਕਿਰਿਆ 'ਚ ਹਿੱਸੇਦਾਰੀ ਦੀ ਜਿਹੜੀ ਜਮਹੂਰੀਅਤ ਆ ਉਹ ਮਿਸਿੰਗ ਹੈ ਸਾਡੇ ਸੁਸਾਇਟੀ ਦੇ ਵਿੱਚੋਂ। ਇਸ ਅੰਦੋਲਨ ਨੇ ਲੋਕਾਂ ਨੂੰ ਉਹ ਯਾਦ ਦਿਵਾਈ ਹੈ ਕਿ ਰੋਜ਼ਾਨਾ ਜੇਕਰ ਲੋਕ ਜਾਗਰੂਕ ਹੋ ਜਾਣ, ਜੇ ਲੋਕ ਆਪਣੇ ਹੱਕਾਂ ਪ੍ਰਤੀ ਜਾਂ ਪਾਰਟੀਆਂ ਨੂੰ ਦੇ ਸਾਹਮਣੇ ਚੁਣੌਤੀ ਖੜੀ ਕਰ ਸਕਣ ਜਾਂ ਉਹਨਾਂ ਤੋਂ ਸਵਾਲ ਪੁੱਛ ਸਕਣ ਜਾਂ ਉਹ ਪਾਰਦਰਸ਼ਤਾ ਦੀ ਮੰਗ ਕਰਨ, ਤਾਂ ਇਹ ਜਮਹੂਰੀਅਤ ਰੋਜ਼ਾਨਾ ਦੇ ਕੰਮਾਂ 'ਚ ਦਖਲ ਵੀ ਦੇ ਸਕਦੀ ਹੈ। ਜਿਹਨੂੰ ਕਈ ਲੋਕ ਐਕਸਟਰਾ ਪਾਰਲੀਮੈਂਟਰੀ ਸਟਰਗਲ 'ਚ ਕਹਿੰਦੇ ਨੇ, ਮਤਲਬ ਪਾਰਲੀਮੈਂਟ ਦੀ ਡੈਮੋਕ੍ਰੇਸੀ ਦੇ ਨਾਲ ਨਾਲ ਜਿਹੜੀਆਂ ਸੜਕ ਦੀਆਂ ਗੱਲਾਂ ਹੁੰਦੀਆਂ ਨੇ। ਕਿਸਾਨ ਅੰਦੋਲਨ ਨੇ 2-3 ਜਿਹੜੇ ਪੜਾਅ ਨੇ ਜਿਹਦੇ 'ਚ ਇਹਨੂੰ ਸਾਬਤ ਕੀਤਾ ਬਾਰ-ਬਾਰ ਜੀ। ਸਾਡੇ ਪਾਰਟੀ ਲੈਡ ਜਮਹੂਰੀਅਤ ਹੈ, ਪਾਰਟੀ ਦੀ ਅਗਵਾਈ ਵਾਲੀ, ਜਿਹੜੀ ਅਸੀਂ ਕਹਿੰਦੇ ਕਿ ਪਾਰਟੀ ਹੀ ਸਭ ਕੁਝ ਹੈ ਜੀ, ਔਰ ਪਾਰਟੀ ਹੀ ਵਿਪ ਜਾਰੀ ਕਰਦੀ ਹੈ, ਪਾਰਟੀ ਦੇ ਮੁਤਾਬਕ ਹੀ ਬੰਦੇ ਨੂੰ ਚੱਲਣਾ ਪੈਂਦਾ। ਪਰ ਕਿਸਾਨ ਅੰਦੋਲਨ ਨੇ ਵੋਟਰ 'ਚ ਵਿਪ ਜਾਰੀ ਕਰਕੇ ਇਹ ਦਿਖਾਇਆ ਕਿ ਜਮਹੂਰੀਅਤ ਦਾ ਦਾਇਰਾ ਹੁਣ ਪਾਰਟੀ ਤੱਕ ਸੀਮਤ ਨਹੀਂ ਵਧਾਉਣਾ ਪਏਗਾ। ਵੋਟਰ ਵੀ ਚਾਹੁੰਦਾ ਤੁਹਾਡੇ ਤੋਂ ਕਿ ਸਾਡੇ ਮੁਤਾਬਕ ਕੰਮ ਕਰੋ, ਜਿਹਨੇ ਵੋਟ ਪਾਈ। ਸਾਡੇ ਰਾਈਟ ਟੂ ਰੀਕਾਲ ਨਹੀਂ ਹੈ ਸਵਿਟਜ਼ਰਲੈਂਡ ਵਾਂਗ ਜਾਂ ਦੂਜੇ ਦੇਸ਼ਾਂ ਦੇ ਤਰ੍ਹਾਂ ਤੁਸੀਂ ਵਾਪਸ ਬੁਲਾ ਸਕਦੇ ਹੋ ਨੁਮਾਇੰਦੇ ਨੂੰ, ਪਰ ਫਿਰ ਤੁਹਾਡੇ ਸਾਹਮਣੇ ਤਰੀਕਾ ਕੀ ਹੈ? ਇਹੀ ਤਰੀਕਾ ਕਿ ਇਹ ਕੀਤਾ ਜਾਏ। ਦੂਜੀ ਗੱਲ ਇਹ ਹੈ ਕਿ ਜਦੋਂ ਉਹ ਮਤਵਾਜੀ ਸੰਸਦ ਕਰਦੇ ਨੇ ਉਹਦੇ 'ਚ ਇੰਟਾਇਰ ਪੂਰੀ ਜਿਹੜੀ ਵਿਰੋਧੀ ਧਿਰ ਹੈ, ਰਾਹੁਲ ਗਾਂਧੀ ਤੇ ਹੋਰ ਸਾਰੇ ਆ ਕੇ ਦਰਸ਼ਕ ਦੀ ਗੈਲਰੀ 'ਚ ਬੈਠਦੇ ਨੇ ਤੇ ਉਹ ਕਿਸਾਨ ਆਗੂਆਂ ਦਾ ਭਾਸ਼ਣ ਸੁਣਨ ਲਈ ਮਜਬੂਰ ਹੁੰਦੇ ਨੇ। ਇਹ ਜਮਹੂਰੀਅਤ ਦਾ ਇੱਕ ਗੱਲ ਹੈ। ਤੇ ਤੀਜੀ ਗੱਲ ਇੱਥੇ ਆਪਾਂ ਦੇਖੀ ਹੈ, ਜਿਹੜੀ ਕਿਸਾਨ ਜਥੇਬੰਦੀਆਂ ਨੇ ਪਾਰਟੀਆਂ ਨੂੰ ਸਮਾਂ ਦਿੱਤਾ। ਇਹ ਸ਼ਾਇਦ 70 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਪਾਰਟੀਆਂ ਜਿਨ੍ਹਾਂ ਕੋਲ ਦਬਦਬਾ ਹੈ, ਜਿਹੜੀਆਂ ਸੱਤਾ 'ਚ ਰਹੀਆਂ ਜਾਂ ਸੱਤਾ ਦੀਆਂ ਦਾਅਵੇਦਾਰ ਨੇ, ਉਹਨਾਂ ਨੂੰ ਕਿਸਾਨ ਆਗੂਆਂ ਤੋਂ ਟਾਈਮ ਮੰਗਣਾ ਪੈ ਰਿਹਾ ਹੋਵੇ, ਸਾਨੂੰ ਦੱਸੋ ਸਾਡੀ ਵਾਰੀ ਕਦੋਂ ਹੈ। ਇਹ ਬਿਲਕੁਲ ਇੱਕ ਜਮਹੂਰੀਅਤ ਦੇ ਬਦਲਦੇ ਮਿਜਾਜ ਦਾ, ਉਹਦੀ ਬਦਲਦੀ ਪਰਿਭਾਸ਼ਾ ਦਾ ਪ੍ਰਤੀਕ ਹੈ। ਔਰ ਜਿਹੜੇ ਲੋਕ ਕੇਵਲ ਜਮਹੂਰੀਅਤ ਨੂੰ ਉੱਥੇ ਹੀ ਸਟਕ ਕਰਕੇ ਰੱਖਣਾ ਚਾਹੁੰਦੇ ਨੇ ਜਾਂ ਉੱਧਰ ਲਿਜਾਣਾ ਚਾਹੁੰਦੇ ਨੇ, ਉਹਨਾਂ ਦਾ ਆਪਣਾ ਮਾਨਸਿਕਤਾ ਜਮਹੂਰੀਅਤ ਦੀ ਆਪਣੀ ਹੋ ਸਕਦੀ ਹੈ। ਪਰ ਅਗਲੀ ਗੱਲ ਇਹ ਹੈ ਕਿ ਮੈਨੂੰ ਤਾਂ ਇਹ ਵੀ ਲੱਗਦਾ ਕਿ ਪਾਰਟੀਆਂ ਦੀ ਜਿਹੜੀ ਅੰਦਰੂਨੀ ਜਮਹੂਰੀਅਤ ਹੈ ਉਹ ਬਹੁਤ ਹੱਦ ਤੱਕ ਖਤਮ ਹੋ ਗਈ। ਖਾਸ ਤੌਰ 'ਤੇ ਜਿਹੜਾ ਦਲ ਬਦਲੀ ਵਿਰੋਧੀ ਕਾਨੂੰਨ ਹੈ, ਐਂਟੀ ਡਿਫੈਕਸ਼ਨ ਲਾਅ, ਜਿਹੜਾ 2006 'ਚ ਜਦੋਂ ਅਮੈਂਡ ਹੋਇਆ, ਉਦੋਂ ਤੋਂ ਲੈ ਕੇ ਤਾਂ ਬਹੁਤ ਜ਼ਿਆਦਾ ਜਿਹੜੇ ਪਾਰਟੀਆਂ ਦੇ ਕਾਰਕੁਨ ਨੇ, ਹੇਠਲੇ ਲੀਡਰ ਨੇ, ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਨੇ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ 2.5 ਸਾਲ 3 ਸਾਲ ਪ੍ਰਧਾਨ ਰਹਿ ਗਏ। ਪਾਰਟੀ ਦੀ ਕੋਈ ਬਣਤਰ ਪੰਜਾਬ 'ਚ ਨਹੀਂ ਹੈ, ਕੋਈ PCC ਨਹੀਂ ਚੁਣੀ ਗਈ, ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਹੈ, ਕੁਝ ਬਗੈਰ ਸਟਰਕਚਰ ਤੋਂ, ਬਗੈਰ ਸਟਰਕਚਰ ਤੋਂ ਤੇ ਬਦਲ ਦਿੱਤੇ ਗਏ ਨੇ। ਕੋਈ ਸੱਦ ਪੁੱਛ ਨਹੀਂ ਹੈ। ਜੇ ਵਰਕਰਾਂ ਦੀ ਸੱਦ ਪੁੱਛ ਹੁੰਦੀ ਤਾਂ ਘੱਟੋ ਘੱਟ ਉਹਨਾਂ ਦੀ ਗੱਲ ਸੁਣੀ ਜਾਂਦੀ ਕਿ ਅਸੀਂ ਵੀ ਅਹੁਦੇਦਾਰ ਹਾਂ। ਹੁਣ ਸਿਕੰਦਰ ਸਿੰਘ ਮਲੂਕੇ ਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਆਪਸੀ ਉਹਦੇ ਬਾਰੇ। ਉਹ ਇਹ ਕਹਿ ਰਹੇ ਸੀ ਪਰਿਵਾਰ 'ਚ 2 ਸੀਟਾਂ ਬਾਰੇ, 2 ਸੀਟਾਂ ਬਾਰੇ, ਤੇ ਨਾਲ ਉਹਨਾਂ ਦੇ ਜਿਹੜਾ ਕੰਮ ਕਾਰਜ ਸ਼ੈਲੀ ਹੈ ਉਹਦੇ 'ਚ ਫਰਕ ਬਾਰੇ। ਉਹ ਕਹਿੰਦੇ ਸੀ ਬਾਦਲ ਸਾਹਿਬ ਸੀਨੀਅਰ ਬੰਦਿਆਂ ਨਾਲ ਰਾਏ ਕਰ ਲੈਂਦੇ ਸੀ ਕਿਹਨੂੰ ਟਿਕਟ ਦੇਣੀ ਹੈ, ਕਾਰਜਸ਼ੈਲੀ ਜੋ ਹੈ। ਸੁਖਬੀਰ ਸਿੰਘ ਬਾਦਲ ਨੇ ਤਾਂ ਕੋਰ ਕਮੇਟੀ 'ਚ ਵੀ ਜਾਂ PAC 'ਚ ਵੀ ਚਰਚਾ ਨਹੀਂ ਕੀਤੀ ਕਿਹੜੇ ਉਮੀਦਵਾਰ ਨੂੰ ਟਿਕਟ ਦੇਣੀ ਹੈ। ਤਾਂ ਇਹ ਵਨਮੈਨ ਜਮਹੂਰੀਅਤ ਦਾ ਜਾਂ ਪਾਰਟੀ ਦੇ ਅੰਦਰ ਜਮਹੂਰੀਅਤ ਹੈ। ਇਹੀ ਹਾਲ ਕੇਜਰੀਵਾਲ ਦਾ। ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਂ ਤੇ ਮਤਲਬ ਇੱਕ ਉਪਦੇਸ਼ ਜਾਰੀ ਕਰਤਾ 15 ਮਿੰਟ ਦਾ ਕਿ ਤੁਸੀਂ ਅਹੁਦੇ ਦੇ ਮਗਰ ਨਾ ਭੱਜੋ, ਗੀਤਾ ਦਾ ਸਾਰ ਸੁਣਾ ਤਾਂ ਫਲ ਦੀ ਇੱਛਾ ਮਤ ਰੱਖੋ, ਕੰਮ ਕਰੋ। ਤੇ ਇਹ ਉਪਦੇਸ਼ ਸਾਰੇ ਦੂਜਿਆਂ ਵਾਸਤੇ ਨੇ, ਆਪਣੇ ਲਈ ਸੰਵਿਧਾਨ ਅਮੈਂਡ ਕਰ ਲਓ। ਤੀਜੀ ਵਾਰੀ ਤੇ 5 ਸਾਲ ਲਈ ਮੈਂ ਹੀ ਰਹੂੰਗਾ, ਮੈਂ ਕਨਵੀਨਰ ਵੀ ਰਹੂੰਗਾ ਤੇ ਮੈਂ ਚੀਫ ਮਿਨਿਸਟਰ ਵੀ ਰਹੂੰਗਾ, ਸਭ ਕੁਝ ਰਹੂੰਗਾ। ਇਹ ਜਿਹੜੀ ਪਰਿਵਾਰ 'ਚ 2 ਸੀਟਾਂ ਵਾਲੀ ਵੀ ਕਰ ਲਈ, ਸਾਰੇ ਹੀ ਕਰ ਲਈ। ਉਹ ਵੀ ਉਹਨਾਂ ਦੀ ਪਤਨੀ ਲੜ ਰਹੀ ਹੈ, ਜਿਹੜੀ ਜਿਹਨੂੰ ਇਹ ਆ ਵੀ ਅੱਗੇ ਅਮੈਂਡਮੈਂਟ ਕਰ ਲਈ ਨਾ, ਇੱਕ ਪਰਿਵਾਰ 'ਚ 2 ਟਿਕਟਾਂ ਮਿਲਣੀ ਦਿੱਤੀਆਂ ਜਾ ਸਕਦੀਆਂ ਨੇ। ਇਹ ਤਾਂ ਆਮ ਆਦਮੀ ਪਾਰਟੀ ਬਿਲਕੁਲ ਉਹ ਅਮੈਂਡਮੈਂਟ ਤੋਂ ਬਿਨਾਂ ਵੀ ਜਿਹੜੀ ਅਖਲਾਕੀ ਗੱਲਾਂ ਸੀ, ਮੈਂ ਵੱਡਾ ਘਰ ਨਹੀਂ ਲਊਂਗਾ, VIP ਕਲਚਰ ਨਹੀਂ ਹੋਏਗਾ, ਮੈਂ ਫਲਾਨਾ, ਉਹ ਚਲੋ ਛੱਡੋ, ਬਹੁਤ ਗੱਲਾਂ ਨੇ ਵੈਸੇ। ਪਰ ਮੈਂ ਇਹ ਗੱਲ ਕਹਿ ਰਿਹਾ ਕਿ ਪਾਰਟੀਆਂ, ਇਹੀ 3 ਮੇਨ ਦਾਅਵੇਦਾਰ ਪਾਰਟੀਆਂ ਨੇ ਨਾ, ਉਹ ਕਿਹੜੀ ਜਮਹੂਰੀਅਤ ਦੀ ਗੱਲ ਕਰਦੀਆਂ ਨੇ ਕਿ ਸਾਡੇ ਕੋਲ ਸਾਨੂੰ ਜਮਹੂਰੀ ਸਿਸਟਮ ਦੇ ਵਿੱਚ ਇਹ ਗੱਲ ਕਰ। ਜਾਂ ਤੁਸੀਂ ਆਪਣੇ ਬੰਦਿਆਂ ਨੂੰ, ਆਪਣੇ ਲੀਡਰਾਂ ਨੂੰ, ਆਪਣੇ ਬਰਾਬਰਦਿਆਂ ਨੂੰ ਉਹ ਹੱਕ ਨਹੀਂ ਦਿੰਦੇ ਕਿ ਉਹਨਾਂ ਦੀ ਰਾਏ, ਉਹਨਾਂ ਦੀ ਆਵਾਜ਼ ਤੁਹਾਡੀ ਪਾਰਟੀ ਦੇ ਅੰਦਰ ਵੀ ਸੁਣੀ ਜਾਏ ਤੇ ਬਾਹਰ ਤੁਸੀਂ ਬਲੇਮ ਇਹ ਕਰੋ ਕਿ ਮੇਰਾ ਜਮਹੂਰੀ ਹੱਕ ਹੈ। ਇਖਲਾਕੀ ਤੌਰ ਤੇ ਤਾਂ ਨਹੀਂ, ਪਰ ਫਿਰ ਵੀ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਗੱਲਾਂ ਦੇ ਬਾਵਜੂਦ ਇਹ ਮੰਨਣਾ ਚਾਹੀਦਾ ਕਿ ਤੁਹਾਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਬਾਹਰ ਜਾ ਸਕਦੇ ਹੋ। ਤੁਸੀਂ ਇਸ ਨਜ਼ਰੀਏ ਤੋਂ ਇਸ ਨੂੰ ਤੁਸੀਂ ਜਸਟੀਫਾਈ ਕਰਦੇ ਹੋ ਜੋ ਕਿਸਾਨ ਪੰਚਾਇਤ ਨੇ ਜੁੜ ਕੇ ਫਰਮਾਨ ਜਾਰੀ ਕੀਤਾ ਹੈ
ਕਿ ਜਿਹਨੂੰ ਕਿਸਾਨ ਚੋਣ ਜਾਬਤੇ ਦਾ ਨਾਂ ਦਿੱਤਾ ਜਾ ਰਿਹਾ ਹੈ। ਪਰ ਹਰਮੀਤ ਸਿੰਘ ਜੀ ਠੀਕ ਹੈ, ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਪਾਰਟੀ ਪੱਧਰ ਤੱਕ ਹੀ ਜਿਹੜਾ ਹੈਗਾ ਡੈਮੋਕ੍ਰੇਸੀ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ ਕਿ ਪਾਰਟੀਆਂ ਚੋਣਾਂ ਲੜਨਗੀਆਂ, ਜਿੱਤਣਗੀਆਂ ਜਾਂ ਹਾਰਨਗੀਆਂ, ਸੱਤਾ ਧਿਰ 'ਚ ਜਾਂ ਵਿਰੋਧੀ ਧਿਰ 'ਚ ਬਹਿਣਗੀਆਂ, ਇਹੀ ਜਮਹੂਰੀਅਤ ਹੈ। ਉਹ ਜਿਹੜਾ 2-3 ਮਹੀਨੇ ਦੀ ਇਲੈਕਸ਼ਨ ਦੀ ਐਕਸਰਸਾਈਜ਼ ਹੈ, ਉਸ ਤੋਂ ਅੱਗੇ ਤੇ ਪਿੱਛੇ ਜਿਹੜੇ 4 ਮਹੀਨੇ 4 ਸਾਲ 7-8 ਮਹੀਨੇ ਨੇ ਜਿਹੜੇ ਬਾਕੀ ਦੇ, ਉਹਨਾਂ ਦੇ ਵਿੱਚ ਜਮਹੂਰੀਅਤ ਦੀ ਗੱਲ ਕਰਨਾ, ਜਮਹੂਰੀਅਤ ਦਾ ਹੋਕਾ ਦੇਣਾ, ਇਹ ਉਹਨਾਂ ਲੋਕਾਂ ਦਾ ਪੂਰਾ ਹੱਕ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ ਜਿਨ੍ਹਾਂ ਨੇ ਸਰਕਾਰ ਬਣਨ 'ਚ ਜਾਂ ਸਰਕਾਰ ਨਾ ਬਣਨ 'ਚ ਭੂਮਿਕਾ ਅਦਾ ਕੀਤੀ ਹੈ। ਪਰ ਸਿਆਸਤ ਦੀ ਜੇਕਰ ਆਪਾਂ ਗੱਲ ਕਰੀਏ, ਕਿਤੇ ਨਾ ਕਿਤੇ ਇਹ ਗੱਲ ਸਮਝ 'ਚ ਆ ਰਹੀ ਹੈ ਕਿ ਕਿਸਾਨ ਆਗੂ ਇੰਨਾ ਵੱਡਾ ਕਿਸਾਨ ਸੰਘਰਸ਼ ਜਿਹੜਾ ਹੈਗਾ ਖੜਾ ਕਰਕੇ ਕਿਸੇ ਇਸ ਗੱਲ 'ਚ ਤਾਂ ਨਹੀਂ ਫਸਦੇ ਨਜ਼ਰ ਆ ਰਹੇ ਕਿ ਕਿਸਾਨ, ਜਿਵੇਂ ਕਿ ਸਿਆਸੀ ਪਾਰਟੀਆਂ, ਆਪਾਂ ਅਕਸਰ ਕਹਿੰਦੇ ਆ ਕਿ ਸਿਆਸਤਦਾਨ ਸਾਰੇ ਮਿਲੇ ਹੋਏ ਨੇ। ਆਪਾਂ ਪਾਰਟੀਆਂ ਦੀ ਵੀ ਗੱਲ ਕੀਤੀ ਹੈ ਕਿ ਪਾਰਟੀ ਪੱਧਰ ਤੱਕ ਹੀ ਇੱਕ ਯੂਨੈਨਿਮਸ ਇਹਨਾਂ ਦਾ ਇੱਕ ਸਮਝੌਤਾ ਹੈ ਕਿ ਪਾਰਟੀਆਂ ਦੇ ਪੱਧਰ ਤੱਕ ਹੀ ਸੀਮਿਤ ਰੱਖਿਆ ਜਾਏ ਜਮਹੂਰੀਅਤ ਨੂੰ। ਸੋ ਉੱਥੇ ਜਾ ਕੇ ਲੱਗਦਾ ਹੈ ਨਹੀਂ ਕਿ ਕਿਤੇ ਇਹ ਕਹਿ ਕੇ ਕਿ ਚੋਣ ਪ੍ਰਚਾਰ ਨਹੀਂ ਕਰਨਗੀਆਂ, ਪਰ ਸੱਤਾਧਾਰੀ ਧਿਰ ਜਿਹਦੀ ਕਿ ਕਾਂਗਰਸ ਪਾਰਟੀ, ਜਿਹਦੀ ਕਿ ਸਰਕਾਰ ਵੀ ਹੈ ਪੰਜਾਬ ਦੇ ਵਿੱਚ, ਉਸ ਵੱਲੋਂ ਕੰਮ ਕੀਤਾ ਜਾ ਰਿਹਾ, ਜੋ ਕਿ ਸਿੱਧੀ ਚੁਣੌਤੀ ਹੈ ਬਲਬੀਰ ਸਿੰਘ ਰਾਜੇਵਾਲ ਦੇ ਉਸ ਬਿਆਨ ਨੂੰ ਕਿ ਜਿਹੜਾ ਵੀ ਚੋਣ ਪ੍ਰਚਾਰ ਕਰੇਗਾ ਉਹ ਕਿਸਾਨ ਵਿਰੋਧੀ ਮੰਨਿਆ ਜਾਏਗਾ, ਕਿ ਕਿਸਾਨ ਮੋਰਚੇ ਦੇ ਫਰਮਾਨ ਦੀ ਫੂਕ ਨਿਕਲੇ ਤੇ ਇਹਨਾਂ ਦੀ ਵੁਕਤ ਘੱਟ ਹੋਵੇ। ਇਹ ਲੱਗਦਾ ਨਹੀਂ ਕਿ ਇਸ ਜਾਲ 'ਚ ਫਸੇ ਨੇ ਕਿਤੇ ਨਾ ਕਿਤੇ ਰਾਜੇਵਾਲ ਸਾਹਿਬ ਜਾਂ ਕਿਸਾਨ ਸੰਯੁਕਤ ਮੋਰਚੇ ਵਾਲੇ ਲੋਕ ਜੋ ਮੈਨੂੰ ਇਹ ਲੱਗਦਾ ਕਿ ਜਿਹੜੀ ਕਿਸਾਨੀ ਧਿਰਾਂ ਨੇ ਉਹ ਉਨੀ ਆਰਟੀਕੂਲੇਟ, ਜਿਵੇਂ ਆਪਾਂ ਕਹਿੰਦੇ ਨਾ ਟੋਟਲ ਸੋਚ ਸਮਝ ਕੇ ਆਰਟੀਕੂਲੇਸ਼ਨ ਨਾਲ ਤੁਸੀਂ ਕਿਵੇਂ ਪੱਖ ਪੇਸ਼ ਕਰਨਾ, ਉਹਦੇ 'ਚ ਸਮੱਸਿਆ ਹੈਗੀ ਹੈ। ਉਹਦੇ ਲਈ ਟ੍ਰੇਨਡ ਨਹੀਂ ਹੈ ਕਿ ਇਹਨਾਂ ਗੱਲਾਂ ਨੂੰ ਕਹਿਣ ਦਾ ਮਤਲਬ ਕਿ ਐਡਾ ਵੱਡਾ ਫਰਮਾਨ ਤੇ ਜਾਰੀ ਕਰ ਦਿੱਤਾ, ਪਰ ਨਾਲ ਦੀ ਨਾਲ ਅਗਲੇ ਦਿਨ ਤੋਂ ਹੀ ਰੈਲੀਆਂ ਸ਼ੁਰੂ ਕਰ ਦਿੱਤੀਆਂ ਮੁੱਖ ਮੰਤਰੀ ਨੇ ਕਿ ਸਿੱਧੀ ਚੁਣੌਤੀ। ਇਹਦੇ 'ਚ ਦੋ ਚੀਜ਼ਾਂ ਨੇ ਜੀ। ਇੱਕ ਚੀਜ਼ ਇਹ ਹੈ, ਮੈਨੂੰ ਲੱਗਦਾ ਕਿ ਉਹ ਫਰਮਾਨ ਨਹੀਂ ਹੈ, ਉਹੀ ਇੱਕ ਕੰਟੀਨਿਊਟੀ ਹੈ ਜਿਹੜਾ ਸੰਯੁਕਤ ਮੋਰਚੇ ਨੇ ਕਹੀ ਹੈ ਕਿ ਬੀਜੇਪੀ ਦਾ ਘਿਰਾਓ ਕਰੋ, ਬਾਕੀਆਂ ਨੂੰ ਸਵਾਲ ਪੁੱਛੋ। ਇਹ ਕਿਉਂ ਆਈ ਹੈ ਨੌਬਤ? ਕਿਉਂਕਿ ਜਦੋਂ ਸਵਾਲ ਪੁੱਛਣ ਦੀ ਵਾਰੀ ਆਈ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ 100 ਦਿਨ ਦਾ ਆਪਣਾ ਇੱਕ ਉਹ ਪ੍ਰੋਗਰਾਮ ਉਲੀਕਿਆ। ਸਾਡੇ ਸਵਾਲ ਪੁੱਛਣ ਤੇ ਸਵਾਲ ਦਾ ਜਵਾਬ ਦੇਣ ਦਾ ਰਿਵਾਜ ਇਹ ਨਹੀਂ ਹੈ। ਲੀਡਰ ਤਾਂ ਇਹ ਮਹਿਸੂਸ ਕਰਦਾ ਤੁਸੀਂ ਕੌਣ ਹੋ ਸਵਾਲ ਪੁੱਛਦੇ ਹੋ। ਜੇ ਸਵਾਲ ਪੁੱਛਣ ਦਾ ਇੱਕ ਮੈਕੈਨਿਜ਼ਮ ਬਣਾਈਏ, ਅਸੀਂ ਪਾਰਟੀਆਂ ਵੀ ਕੋਸ਼ਿਸ਼ ਕਰਨ ਤੇ ਜਥੇਬੰਦੀਆਂ ਵੀ ਕੋਸ਼ਿਸ਼ ਕਰਨ, ਫਿਰ ਤਾਂ ਇਹ ਬਹੁਤ ਬੈਸਟ ਜਮਹੂਰੀਅਤ ਹੋ ਜਾਏਗੀ। ਪਰ ਜਦੋਂ ਪਹਿਲਾਂ ਇੱਕ ਦੋ ਜਗ੍ਹਾ ਸਵਾਲ ਪੁੱਛੇ ਗਏ, ਸਵਾਲਾਂ 'ਚ ਲੀਡਰ ਫਸਦਾ ਹੈ, ਫਿਰ ਉਹ ਲਾਮ ਲਸ਼ਕਰ ਨਾਲ ਤੁਰਨ ਲੱਗ ਗਿਆ। 50 ਮੋਟਰਸਾਈਕਲ ਮੂਹਰੇ ਕਰ ਲਓ, 50 ਗੱਡੀਆਂ ਕਰ ਲਓ, ਜਿੱਥੇ ਕਿਸਾਨ ਖੜੇ ਨੇ ਉਹਨਾਂ 'ਚੋਂ ਲੰਘ ਜਾਓ, ਉੱਥੇ ਟਕਰਾਅ ਦੀ ਸਿਚੁਏਸ਼ਨ ਪੈਦਾ ਹੋਣ ਲੱਗ ਗਈ। ਉਹ ਟਕਰਾਅ ਦੇ ਡਰ 'ਚੋਂ ਕਿ ਅੰਦੋਲਨ, ਇਹ ਅਕਾਲੀ ਵੀ ਕਾਂਗਰਸ ਵੀ ਸਭ ਮੰਨਦੇ ਨੇ ਕਿ ਜੇ ਪਿੰਡਾਂ 'ਚੋਂ ਧੜੇਬੰਦੀ ਕਿਸਾਨ ਅੰਦੋਲਨ ਨੇ ਖਤਮ ਕੀਤੀ ਹੈ ਤਾਂ ਧੜੇਬੰਦੀ ਦੁਬਾਰਾ ਪੈਦਾ ਹੁੰਦੀ ਹੈ ਤਾਂ ਅੰਦੋਲਨ ਨੂੰ ਢਾਲ ਲੱਗੂਗੀ। ਇਹ 'ਚ ਤਾਂ ਕੋਈ ਦੋ ਰਾਮਾ ਨਹੀਂ ਹੈ। ਪਰ ਉਹ ਕੰਪਲਸਰ ਨਹੀਂ ਹੈ ਮੇਰਾ ਖਿਆਲ। ਉਹ ਉਹਨਾਂ ਨੇ ਕਿਹਾ ਇਹ ਸੀ ਕਿ ਉਹਨਾਂ ਤੋਂ ਸਵਾਲ ਪੁੱਛਣੇ ਨੇ। ਹੁਣ ਇਹਨਾਂ ਨੇ ਆ ਕੇ ਇਹ ਕਰਤਾ ਇੱਥੇ ਜਿਹੜਾ ਉਸ ਦਿਨ ਦੀ ਮੀਟਿੰਗ ਹੋਈ ਕਿ ਜਿਹੜਾ ਗੱਲ ਨਹੀਂ ਮੰਨੂਗਾ ਸਾਡੀ, ਅਸੀਂ ਉਹਨੂੰ ਇਹ ਸਮਝਾਂਗੇ ਕਿ ਉਹ ਕਿਸਾਨ ਮੋਰਚੇ ਦਾ ਵਿਰੋਧੀ ਹੈ। ਪਰ ਗੱਲ ਸਿੰਗਲ ਲਾਈਨਰ ਕੀ ਹੈ ਕਿ ਚੋਣ ਪ੍ਰਚਾਰ ਨਹੀਂ ਕਰਨਾ, ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਚੋਣ ਪ੍ਰਚਾਰ ਇੱਕ ਰੂਪ 'ਚ ਨਹੀਂ ਕਰਨਾ, ਬਾਕੀ ਤਾਂ ਪ੍ਰਚਾਰ ਚੱਲਦੇ ਨੇ। ਸੁਖਬੀਰ ਬਾਦਲ ਨੇ 64 ਕੈਂਡੀਡੇਟ ਐਲਾਨ ਕਰਦੇ, ਕੈਂਡੀਡੇਟ ਆਪਣੇ ਬੰਦਿਆਂ ਨੂੰ ਮਿਲਣਗੇ ਪਰਸਨਲੀ, ਇਹ ਬੰਦ ਥੋੜੀ ਹੈ। ਤੇ ਤੁਸੀਂ ਆਪਣਾ ਪਾਲਿਸੀ ਬਿਆਨ ਪ੍ਰੈਸ ਕਾਨਫਰੰਸਾਂ ਦਿੰਦੇ ਹੋ, ਬੰਦ ਥੋੜੀ ਹੈ। ਸਾਰੇ ਚੋਣ ਪ੍ਰਚਾਰ ਦਾ ਤਾਂ ਦਾਇਰਾ ਬਹੁਤ ਵੱਡਾ ਹੈ। ਇੱਕ ਗੱਲ ਤੇ ਪ੍ਰੋਬਲਮ ਹੈ ਕਿ ਤੁਸੀਂ ਇੰਨੀ ਗੱਲ ਨਹੀਂ ਕਰੋਗੇ, ਰੈਲੀਆਂ ਵੱਡੀਆਂ ਨਹੀਂ ਕਰੋਗੇ। ਔਰ ਜੇ ਸਰਕਾਰ ਨੂੰ ਇਹ ਮਾਨਤਾ ਮਿਲਦੀ ਹੈ ਕਿ ਸਰਕਾਰ ਕਰ ਸਕਦੀ ਹੈ ਤਾਂ ਇਹ ਲੈਵਲ ਪਲੇਇੰਗ ਫੀਲਡ ਨਹੀਂ ਹੈ, ਤਾਂ ਸਰਕਾਰ ਤੇ ਵੀ ਰੋਕ ਹੋਣੀ ਚਾਹੀਦੀ ਹੈ। ਸਰਕਾਰ ਤੇ ਵੀ ਹੋਣੀ ਚਾਹੀਦੀ ਹੈ। ਪਰ ਇਹ ਹੈ ਵੀ ਹੈ। ਪਿਛਲੇ ਦਿਨਾਂ 'ਚ ਹੁਣੇ ਪ੍ਰਨੀਤ ਕੌਰ ਨੇ ਇੱਕ ਰੈਲੀ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਹੀ ਰਾਜੇਵਾਲ ਦਾ ਬਿਆਨ ਉਦੋਂ ਹੈ ਵੀ ਜੇ ਸਰਕਾਰ ਵੀ 50 ਬੰਦਿਆਂ ਤੋਂ ਵੱਧ ਆਪਣੀ ਕਾਰਗੁਜ਼ਾਰੀ ਦਾ ਕੋਈ ਫੈਸਲਾ ਕਰੂ, ਘਰਾਓ ਉਹਨਾਂ ਦਾ ਵੀ ਹੋਏਗਾ, ਉਹਦੇ ਤੇ ਵੀ ਹੋਈ। ਉਹਨਾਂ ਥੋੜਾ ਜਿਹਾ ਇੰਪਰੂਵ ਕਰ ਲਿਆ, ਅਮੈਂਡ ਕਰ ਲਿਆ ਉਹ ਸਾਰੇ ਮਾਮਲੇ 'ਚ ਕਿ ਸਾਨੂੰ ਇਹ ਵੀ ਕਰਨਾ ਚਾਹੀਦਾ। ਮਤਲਬ ਇਹ ਗੱਲ ਠੀਕ ਹੈ ਕਿ ਜਿਹੜੀ ਸਰਕਾਰ ਹੈ, ਸਰਕਾਰ ਨੂੰ ਉੱਥੇ 50 ਬੰਦੇ ਵੀ 100 ਬੰਦਾ ਇਕੱਠਾ ਕਰਕੇ ਪਿੰਡ ਦੇ ਵਿੱਚ ਦੱਸਣ ਦੀ ਲੋੜ ਕਿਉਂ ਹੈ? ਉਹਨੇ ਜੇ ਗਰੀਬ ਮਜ਼ਦੂਰਾਂ ਦਾ 590 ਕਰੋੜ ਮਾਫ ਕਰਤਾ ਤਾਂ ਸਟੇਜ ਤੇ ਮੈਨੂੰ ਤਾਂ ਇਹ ਉਦੋਂ ਵੀ ਖਤਰਨਾਕ ਗੱਲ ਲੱਗਦੀ ਹੈ। ਪ੍ਰਿੰਟ ਆਊਟ ਕਢਾ ਕੇ ਵੱਡੇ ਵੱਡੇ ਚੈੱਕ ਵੰਡਣੇ, ਪ੍ਰਿੰਟ ਆਊਟ ਕਢਾ ਕੇ ਤੁਸੀਂ ਉਹ ਬੰਦੇ ਦੀ ਜਿਹੜੀ ਸ਼ਾਨ ਹੈ, ਮਨੁੱਖੀ ਸ਼ਾਨ ਹੈ, ਸਨਮਾਨ ਹੈ, ਉਹਨੂੰ ਠੇਸ ਪਹੁੰਚਾ ਰਹੇ ਹੋ। ਸਗੋਂ ਓਵਰਆਲ ਹੀ ਇਹ ਹੋਣਾ ਚਾਹੀਦਾ ਫੈਸਲਾ ਕਿ ਤੁਸੀਂ ਚੈੱਕ ਹੈ, ਕਦੇ ਕਿਸੇ ਕਾਰਪੋਰੇਟ ਦੇ ਲੱਖਾਂ ਕਰੋੜਾਂ ਮਾਫ ਹੋਏ ਨੇ, ਕਿਸੇ ਨੂੰ ਸਟੇਜ ਤੇ ਬੁਲਾਇਆ? ਤੁਸੀਂ ਗਰੀਬ ਸੁਸਾਈਡ ਵਿਕਟਮ ਪਰਿਵਾਰ ਨੂੰ ਬੁਲਾਉਂਦੇ ਹੋ, ਕੈਂਸਰ ਦੇ ਪੇਸ਼ੈਂਟ ਨੂੰ ਬੁਲਾਉਂਦੇ ਹੋ, ਮਜ਼ਦੂਰ ਨੂੰ ਬੁਲਾਉਂਦੇ ਹੋ ਤੇ ਕਿਸਾਨ ਨੂੰ ਬੁਲਾਉਂਦੇ ਹੋ। ਇਹ ਹਿਊਮਨਟੇਰੀਅਨ ਨਹੀਂ ਹੈ ਗੱਲ, ਇਹ ਵੈਸੇ ਬੰਦ ਹੋਣੀ ਚਾਹੀਦੀ ਹੈ। ਜਿਹੜੀਆਂ ਸਕੀਮਾਂ ਜਾ ਕੇ ਉਹ ਲੋਕਾਂ 'ਚ ਲਾਂਚ ਕਰਦੇ ਨੇ, ਇੱਥੇ ਲਾਂਚ ਕਰ ਦਿਓ, ਉਹਦਾ ਫਾਇਦਾ ਲੋਕਾਂ ਨੂੰ ਹੋ ਜਾਏਗਾ, ਤੁਹਾਡਾ ਪਤਾ ਵੀ ਲੱਗ ਜਾਏਗਾ। ਤੇ ਇਸ ਕਰਕੇ ਸਰਕਾਰੀ ਧਿਰ ਨੂੰ ਵੀ ਜੇਕਰ ਇਹ ਛੁੱਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਵੱਡੇ ਪੱਧਰ ਤੇ ਲਿਜਾਓ, ਇਹ ਨਹੀਂ ਹੈ।
ਠੀਕ ਮੇਰੇ ਖਿਆਲ ਹੈ ਔਰ ਦੇਣਗੇ ਵੀ ਨਹੀਂ ਕਿਸਾਨ ਉਸ ਪੱਧਰ ਦੇ ਉੱਤੇ ਜਿਸ ਲੈਵਲ ਤੇ ਜਾਂਦੀਆਂ ਨੇ ਗੱਲਾਂ। ਔਰ ਜਿਹੜਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦਿੱਤਾ ਉਹਨੇ ਤਾਂ ਓਨਾ ਹੀ ਦੁਖੀ ਸਗੋਂ ਜਥੇਬੰਦੀਆਂ ਨੂੰ ਕਰਤਾ ਮੋੜ ਕੇ। ਜੀ ਮੈਂ ਬਿਲਕੁਲ ਉਸੇ ਬਿਆਨ ਵੱਲ ਆਉਣਾ ਚਾਹੁੰਦਾ ਕਿ ਇਹ ਵੀ ਜਿਹੜਾ ਹੈਗਾ ਤੁਸੀਂ ਕਿਹਾ ਕਿ ਇਹ ਗੈਰ ਮਨੁੱਖੀ ਲੱਗਦਾ ਹੈ ਕਿ ਕਿਸੇ ਨੂੰ ਤੁਸੀਂ ਕਿਸੇ ਦੇ ਘਰ 'ਚ ਕੋਈ ਬੰਦਾ ਆਤਮ ਹੱਤਿਆ ਕਰ ਗਿਆ, ਕਿਸੇ ਦਾ ਜਵਾਕ ਜਿਹੜਾ ਹੈਗਾ ਫੌਜ 'ਚ ਜਿਹੜਾ ਹੈਗਾ ਸ਼ਹੀਦ ਹੋ ਗਿਆ, ਜਾਂ ਕਿਸੇ ਦਾ ਨੌਕਰੀ 'ਚ ਚਲਾ ਗਿਆ, ਜਾਂ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਕੰਪਨਸੇਟ ਕਰਨਾ ਜਿੱਥੇ, ਤੇ ਉਸ ਨੂੰ ਤੁਸੀਂ ਇੱਕ ਦਾ ਚੈੱਕ ਹੁੰਦਾ ਸਿਰਫ ਇੱਕ ਗਿੱਠ ਜਿੰਨਾ ਜਿਹੜਾ ਬੈਂਕ ਦਾ ਅਸਲੀ ਚੈੱਕ ਹੁੰਦਾ, ਉਹ ਵੀ ਦੇਣ ਦੀ ਬਜਾਏ ਉਸ ਦਾ ਕਈ ਗੁਣਾ ਵੱਡਾ ਮੈਗਨੀਫਾਈਡ ਜਿਹੜਾ ਹੈਗਾ ਪ੍ਰਿੰਟ ਆਊਟ ਕਢਾ ਕੇ ਉਹਨੂੰ ਇਸ਼ਤਿਹਾਰ ਪੋਸਟਰ ਦੇ ਤੌਰ ਦੇ ਉੱਤੇ ਤੁਸੀਂ ਸਟੇਜ ਤੋਂ ਉਹਨੂੰ ਪ੍ਰਦਰਸ਼ਿਤ ਕਰਦੇ ਹੋ ਤੇ ਉਸ ਤਰ੍ਹਾਂ ਦੇਣ ਦੀ ਕੋਸ਼ਿਸ਼ ਕਰਦੇ ਹੋ। ਰੁਪਈਏ ਭਾਵੇਂ ਉਹਦੇ 2100 ਲਿਖੇ ਹੋਣ। ਪਰ ਦੂਜੇ ਪਾਸੇ ਜਿਹੜਾ ਦੂਜਾ ਪਹਿਲੂ ਇਸ ਚੀਜ਼ ਦਾ ਨਜ਼ਰ ਆ ਰਿਹਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਤੁਸੀਂ ਪੰਜਾਬ ਤੋਂ ਛੱਡ ਦਿਓ, ਹਰਿਆਣੇ ਤੇ ਦਿੱਲੀ 'ਚ ਜਾ ਕੇ ਸੰਘਰਸ਼ ਕਰੋ। ਉੱਥੇ ਜਾ ਕੇ ਜਿਹੜਾ ਹੈਗਾ ਹਰਿਆਣੇ ਨੇ ਬਿਲਕੁਲ ਵਾਜਬ ਜਵਾਬ ਦਿੱਤਾ ਕਿ ਕੀ ਤੁਸੀਂ ਸਾਡੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ, ਕਿਉਂਕਿ ਭਾਰਤ ਦੇ ਜਿੰਨੇ ਸਨਮਾਨਯੋਗ ਨਾਗਰਿਕ ਪੰਜਾਬ ਦੇ ਵਾਸੀ ਨੇ ਉਨੇ ਹੀ ਸਨਮਾਨਯੋਗ ਨਾਗਰਿਕ ਹਰਿਆਣੇ ਤੇ ਦਿੱਲੀ ਦੇ ਵਾਸੀ ਨੇ। ਇਸ ਬਿਆਨ ਦੀ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਜ਼ਰੂਰ ਮੇਰੇ ਖਿਆਲ 'ਚ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੇ ਉੱਤੇ ਆਪਣੀ ਟਿੱਪਣੀ ਦਿਓ। ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਕਿਹਾ ਉਹ ਜਾਗੇ ਨੇ ਪੌਣੇ 5 ਸਾਲ ਬਾਅਦ ਜੀ, 4.5 ਸਾਲ ਤੇ ਪੌਣੇ 5 ਸਾਲ ਜੀ। ਚੀਫ ਮਿਨਿਸਟਰ ਕਦੇ ਦਿਖਾਈ ਦਿੱਤਾ ਪੂਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਗਿਆ? ਟੀਵੀ ਤੇ ਦੇਖਿਆ, ਟੀਵੀ ਤੇ ਵੀ ਘਰੋਂ ਹੀ ਪ੍ਰੈਸ ਕਾਨਫਰੰਸ ਕਰਕੇ, ਵਰਚੁਅਲ ਪ੍ਰੈਸ ਕਾਨਫਰੰਸਾਂ ਕਰਕੇ, ਕੈਬਨਿਟ ਵਰਚੁਅਲ ਕਰਕੇ ਉਸ ਰੂਪ 'ਚ ਹੈ ਜੀ। ਤੁਸੀਂ ਦੱਸੋ ਘਰ ਘਰ ਰੁਜ਼ਗਾਰ ਦਾ ਤੁਸੀਂ ਵਾਅਦਾ ਕੀਤਾ ਤੇ ਪਟਵਾਰੀ ਦੀ ਇੱਕ ਨੌਕਰੀ ਲਈ 2,54,000 ਬੰਦਾ ਅਪਲਾਈ ਕਰਦਾ ਤੇ ਧੱਕਾ ਜੋ ਪਿਆ ਪੰਜਾਬ ਦੇ ਵਿੱਚ ਸਾਡੇ ਸਾਹਮਣੇ। ਬਿਲਕੁਲ ਬਿਲਕੁਲ। ਇੱਕ ਛੋਟੀ ਤੁਸੀਂ ਕਹਿੰਦੇ ਬੇਰੁਜ਼ਗਾਰ ਕਿੱਥੇ ਨੇ, ਅਸੀਂ ਲੱਖਾਂ ਦੇ ਬੇਰੁਜ਼ਗਾਰ ਤਾਂ ਤੁਸੀਂ ਇੱਕ ਛੋਟੀ ਜਿਹੀ ਪੋਸਟ ਕੱਢਦੇ ਹੋ ਤੇ ਉਹਦੇ ਚੋਂ ਦਿਖਾਈ ਦਿੰਦਾ ਨਾ ਕਿ ਬੇਰੁਜ਼ਗਾਰਾਂ ਦਾ ਲੈਵਲ ਕੀ ਹੈ ਤੁਹਾਡੇ ਸਾਰੇ ਸਾਹਮਣੇ ਜੀ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਫਿਰ ਇਹ ਗੱਲ ਕੀਤੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਹੋਏਗਾ। ਸਮੁੱਚਾ ਕਰਜ਼ਾ 31 ਮਾਰਚ 2017 ਤੱਕ ਕੱਟ ਆਫ ਡੇਟ ਰੱਖੀ ਜੀ ਜੀ। 73,770 ਕਰੋੜ ਰੁਪਏ ਸੀ ਕੇਵਲ ਇੰਸਟੀਟਿਊਸ਼ਨ ਲੋਨ, ਜਿਹੜਾ ਬੈਂਕਾਂ ਦਾ ਲੋਨ ਸੀ, ਸੰਸਥਾਗਤ ਜਿਹੜਾ ਲੋਨ ਸੀ, ਬਾਕੀ ਛੱਡ ਦਿਓ। ਤੁਸੀਂ ਕੀਤਾ 4624 ਕਰੋੜ। ਇਹ ਤਾਂ ਉੱਠਦੇ ਮੂੰਹ 'ਚ ਜੀਰੇ ਵਾਲੀ ਵੀ ਗੱਲ ਨਹੀਂ, ਤੁਸੀਂ ਜੋ ਮਰਜ਼ੀ ਕਹੀ ਜਾਓ, ਬਲਕਿ ਜਿੰਨਾ ਉਹਨਾਂ ਦਾ ਵਿਆਜ ਹੋਰ ਵੱਧ ਗਿਆ ਸਗੋਂ ਉਲਟਾ ਕਰਤਾ ਉਹਨਾਂ ਵਾਸਤੇ। ਤੇ ਤੁਸੀਂ ਕਿਵੇਂ ਕਹੋਗੇ ਕਿ ਤੁਸੀਂ ਕਿਸਾਨਾਂ ਦੇ ਉਸ ਲੈਵਲ ਤੇ ਮੈਂ ਤੇ ਉਹ ਪੰਜਾਬ 'ਚ ਤਾਂ 5 ਸਾਲ ਪੁਰਾਣਾ ਕਰਜ਼ਾ ਮਾਫ ਕੀਤਾ, ਉਹ ਵੀ ਆਪਣੇ 5ਵੇਂ ਸਾਲ 'ਚ ਜਾ ਕੇ, ਉਹ ਵੀ 5ਵੇਂ ਸਾਲ 'ਚ ਜਾ ਕੇ, ਉਹ ਵੀ ਬੜੀ ਮਾਮੂਲੀ ਗੱਲ ਐ, ਨਹੀਂ ਵੀ ਕਿ ਤੁਸੀਂ ਕਾਫੀ ਜ਼ਿਆਦਾ ਜਾਂ ਜਿਹੜੀ ਟੀ ਹੱਕ ਦੀ ਅਗਵਾਈ ਵਾਲੀ ਕਮੇਟੀ ਬਣਾਈ ਸੀ ਉਹਦੇ ਤੱਕ ਹੀ ਚਲੇ ਜਾਂਦੇ, ਉਹਨਾਂ ਕੀ ਮਾਫ ਕਰ ਦਿੰਦੇ। ਜੀ ਜੀ ਬਿਲਕੁਲ। ਹਰਮੀਤ ਸਿੰਘ ਜੀ ਦਰੁਸਤ ਕਹਿ ਰਹੇ ਹੋ ਤੁਸੀਂ ਕਿ ਸਰਕਾਰ ਦੇ ਉੱਤੇ ਜਿਹੜੇ ਸਵਾਲ ਉੱਠਣੇ ਚਾਹੀਦੇ ਸੀ, ਸਰਕਾਰ ਬੜੀ ਚਲਾਕੀ ਨਾਲ ਉਹਨਾਂ ਤੋਂ ਬਚਦੀ ਆ ਰਹੀ ਹੈ ਤੇ ਸਾਰੀ ਚੀਜ਼ ਕਿਸਾਨ ਅੰਦੋਲਨ 'ਚ ਇਹ ਕਹਿ ਕੇ ਪਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕਿ ਉਹਨਾਂ ਦਾ ਬਹੁਤ ਵੱਡਾ ਅਹਿਸਾਨ ਹੈ ਕਿ ਕਿਸਾਨ ਅੰਦੋਲਨ ਪੰਜਾਬ ਦੀ ਧਰਤੀ ਤੋਂ ਉੱਠ ਕੇ ਦਿੱਲੀ ਦੀ ਬਰੂਹਾਂ ਤੱਕ ਪਹੁੰਚਿਆ। ਪਰ ਜੇ ਮੈਂ ਨਿਚੋੜਵੀਂ ਗੱਲ ਕਰਨੀ ਚਾਹਾਂ, ਕੀ ਲੱਗਦਾ ਹੈ ਕਿ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਜਿਹੜਾ ਇਹ ਚੋਣ ਜ਼ਾਬਤੇ ਬਾਰੇ ਜੋ ਵੀ ਉਹਨਾਂ ਨੇ ਆਦੇਸ਼ ਜਾਰੀ ਕੀਤਾ, ਫਰਮਾਨ ਕੀਤਾ ਹੈ, ਜੋ ਸਲਾਹ ਦਿੱਤੀ ਹੈ ਉਹਨਾਂ ਨੇ, ਇਸ ਬਾਰੇ ਮੇਰੇ ਖਿਆਲ 'ਚ ਹੋਰ ਪੱਕੇ ਪੈਰੀ ਹੋ ਕੇ ਹਫ਼ਤੇ 10 ਦਿਨਾਂ ਦੇ ਅੰਦਰ ਅੰਦਰ ਇੱਕ ਬਕਾਇਦਾ ਤੌਰ ਦੇ ਉੱਤੇ ਸਾਰੇ ਪਹਿਲੂਆਂ ਨੂੰ ਜਿਹੜਾ ਹੈਗਾ ਉਜਾਗਰ ਕਰਦਾ ਹੋਇਆ, ਉਹਨਾਂ ਦੀ ਬਾਤ ਪਾਉਂਦਾ ਹੋਇਆ ਜਿਹੜਾ ਬਕਾਇਦਾ ਤੌਰ ਦੇ ਉੱਤੇ ਇੱਕ ਪੇਪਰ ਜਾਰੀ ਕਰਨਾ ਚਾਹੀਦਾ ਹੈ ਜਿਹਦੇ 'ਚ ਸਾਰੀਆਂ ਚੀਜ਼ਾਂ ਤੈਅ ਕੀਤੀਆਂ ਹੋਣ ਕਿ ਕਿਵੇਂ ਕਰਨਾ ਹੈ। ਨਹੀਂ ਤਾਂ ਉਹਨਾਂ ਦਾ ਹੀ ਮਜ਼ਾਕ ਉੱਡੇਗਾ ਜੇ ਇਹ ਫੂਕ ਨਿਕਲ ਗਈ ਕਿਸਾਨ ਸੰਯੁਕਤ ਮੋਰਚੇ ਦੇ 2-3 ਦਿਨ ਪਹਿਲਾਂ ਦੇ ਜੋ ਉਹਨਾਂ ਨੇ ਸੁਝਾਅ ਦਿੱਤੇ ਨੇ ਪਾਰਟੀਆਂ ਨੂੰ। ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਇੱਕ ਕੰਮ ਕਰ ਸਕਦਾ ਸੋ ਜਿਹੜਾ ਕਿ ਕਰਨਾ ਵੀ ਚਾਹੀਦਾ ਜੀ। ਬੁਨਿਆਦੀ ਤੌਰ ਤੇ ਕੁਝ ਕੁਐਸਚਨੀਅਰ ਤਿਆਰ ਕਰਕੇ ਕਿ ਆਹ ਕੁਐਸਚਨ ਨੇ ਪੰਜਾਬ ਦੇ ਫਿਊਚਰ ਦੇ ਬਾਰੇ, ਵੱਖ-ਵੱਖ ਪਾਰਟੀਆਂ ਨੂੰ, ਆਮ ਆਦਮੀ ਪਾਰਟੀ ਨੂੰ ਕੀ ਹੋ ਸਕਦਾ, ਅਕਾਲੀ ਦਲ ਨੂੰ ਕੀ ਹੋ ਸਕਦਾ, ਕਾਂਗਰਸ ਨੂੰ ਕੀ ਹੋ ਸਕਦਾ, ਸਰਕਾਰ ਨੂੰ ਕੀ ਹੋ ਸਕਦਾ, ਉਹ ਕੁਐਸਚਨੀਅਰ ਪਿੰਡਾਂ 'ਚ ਵੰਡਣਾ ਚਾਹੀਦਾ। ਪਿੰਡਾਂ ਦੇ ਲੋਕਾਂ 'ਚ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਜਾਂ 32 ਕਿਸਾਨ ਜਥੇਬੰਦੀਆਂ ਦੇ ਯੂਨਿਟ ਨੇ ਜੀ, ਉਹ ਐਸਾ ਮੰਚ ਤਿਆਰ ਕਰਨ ਸਾਰੇ ਕਿਤੇ ਪਿੰਡਾਂ ਦੇ ਵਿੱਚ, ਲੀਡਰਾਂ ਨੂੰ ਕਹਿਣ ਆਓ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤੁਹਾਡਾ ਚਾਹ ਪਾਣੀ ਵੀ ਕਰਾਂਗੇ, ਸਭ ਕੁਝ ਹੈ, ਪਰ ਸਵਾਲ ਜ਼ਰੂਰ ਪੁੱਛੇ ਜਾਣਗੇ ਔਰ ਸਵਾਲਾਂ ਦਾ ਜਵਾਬ ਲੈ ਕੇ ਆਇਓ। ਜਿਵੇਂ ਇਹ ਲੀਡਰ ਕਹਿੰਦੇ ਰਹੇ ਅੰਦਰ ਜਾ ਕੇ ਵੀ ਸਵਾਲ ਰੋਜ਼ ਥੋੜੀ ਹੁੰਦੇ ਨੇ, ਸਵਾਲ ਇੱਕ ਦਿਨ ਹੋ ਗਏ, 2 ਦਿਨ ਹੋ ਗਏ, ਕਿਉਂ ਨਹੀਂ ਹੁੰਦੇ? ਸਵਾਲ ਰੋਜ਼ ਹੋਣਗੇ। ਹਰ ਹਲਕੇ ਦੀਆਂ ਆਪਣੀਆਂ ਪ੍ਰੋਬਲਮਸ ਨੇ, ਹਰ ਬੰਦਿਆਂ ਦੀਆਂ, ਹਰ ਵਰਗ ਦੀਆਂ ਆਪਣੀਆਂ ਪ੍ਰੋਬਲਮਸ ਨੇ। ਇੱਕੋ ਦਿਨ ਸਵਾਲ ਕਰਕੇ ਇੱਕ ਬੰਦਾ ਥੋੜੀ ਤੁਹਾਡੇ ਰਾਏ, ਇਹੀ ਅਸਲ 'ਚ ਸੈਂਟਰਲਾਈਜੇਸ਼ਨ ਆਫ ਪਾਵਰ ਹੈ, ਤਾਕਤਾਂ ਦਾ ਕੇਂਦਰੀਕਰਨ ਹੈ। ਵੀ ਸਾਡੇ ਇੱਕ ਪ੍ਰਧਾਨ ਤੋਂ ਪੁੱਛਦੇ ਬਹੁਤ ਹੈ, ਕਿਉਂ ਤੇਰੇ ਐਮਐਲਏ ਤੇ ਉਮੀਦਵਾਰ ਤੋਂ ਕਿਉਂ ਨਹੀਂ ਪੁੱਛੇ ਜਾਣਗੇ ਜਿਹੜਾ ਵੀ ਤੁਹਾਡੇ ਉੱਥੇ ਆਉਂਦਾ? ਤੁਸੀਂ ਅਲੱਗ-ਅਲੱਗ ਹਲਕਿਆਂ 'ਚ ਜਾਓਗੇ ਨਾ, ਰੋਜ਼ ਇੱਕੋ 'ਚ ਥੋੜੀ ਜਾ ਰਹੇ ਹੋ, ਤਾਂ ਬਦਲਵੇਂ ਹਲਕੇ 'ਚ ਬਦਲਵੇਂ ਜਵਾਬ ਦੇਣੇ ਪੈਣਗੇ। ਇਸ ਲਈ ਉਸ ਵਰਤਾਂਤ ਦੇ ਵਿੱਚ ਕੋਈ ਸੱਚਾਈ ਨਹੀਂ। ਪਰ ਜਿਹੜਾ ਇਹ ਚੀਜ਼ ਹੈ ਹੌਲੀ-ਹੌਲੀ ਮੇਰੇ ਖਿਆਲ ਇਹ ਚੋਣਾਂ ਤੱਕ ਵੀ ਠੀਕ ਕੰਮ ਦੇਗੀ ਜੇਕਰ ਸਾਂਝੀਆਂ ਸਟੇਜਾਂ ਪਿੰਡਾਂ 'ਚ, ਜੇ ਉਹ ਕਹਿੰਦੇ ਨੇ ਲੋਕ ਵੀ ਆਪਾਂ ਭਾਈਚਾਰਾ ਕਾਇਮ ਰੱਖਣਾ, ਤਾਂ ਭਾਈਚਾਰਕ ਤੌਰ ਤੇ ਸਾਂਝੀਆਂ ਸਟੇਜਾਂ ਸਾਰੇ ਰਲ ਕੇ ਲਾਉਣ ਤੇ ਜਿਹੜੀ ਦੀ ਪਾਰਟੀ ਦਾ ਲੀਡਰ ਆ ਜਾਂਦਾ ਤੇ ਉਹਦੇ ਵੈਲਕਮ ਕਰਨ, ਸਵਾਗਤ ਕਰਨ
ਤੇ ਉੱਥੇ ਖੜਾ ਕੇ ਉਹਨੂੰ ਸਵਾਲ ਪੁੱਛਣ, ਲਾਈਵ ਤੌਰ ਤੇ ਵੀਡੀਓ ਬਣਾਉਣ, ਜੋ ਮਰਜ਼ੀ ਕਰਨ, ਬੜੇ ਸਾਧਨ ਆ ਗਏ ਆ। ਬੜੇ ਸਾਧਨ ਆ ਗਏ ਤੇ ਉਹਦਾ ਜਵਾਬ ਉਹਨਾਂ ਨੂੰ ਦੇਣਾ ਪਏਗਾ। ਮੇਰੇ ਖਿਆਲ ਇਹਦੇ ਨਾਲ ਜਮਹੂਰੀਅਤ ਜ਼ਿਆਦਾ ਸਟਰੈਂਥਨ ਹੋਏਗੀ, ਜ਼ਿਆਦਾ ਮਜ਼ਬੂਤ ਹੋਏਗੀ। ਨਾ ਤਾਂ ਇਹਨਾਂ ਨੂੰ ਇਹ ਕਹਿਣ ਦਾ ਮੌਕਾ ਮਿਲੇਗਾ ਲੀਡਰਸ਼ਿਪ ਨੂੰ ਕਿ ਤੁਸੀਂ ਸਾਨੂੰ ਰੋਕ ਰਹੇ ਹੋ। ਰੋਕਣ ਦੀ ਲੋੜ ਹੀ ਨਹੀਂ ਕਿ ਤੁਸੀਂ ਆਓ, ਅਸੀਂ ਉੱਥੇ ਦਰੀਆਂ ਵਿਛਾ ਕੇ ਬੈਠੇ ਹੋਏ ਆ, ਮੰਚ ਵੀ ਲਾਇਆ ਹੋਇਆ, ਮਾਈਕ ਵੀ ਸਾਡੇ ਵੱਲੋਂ ਹੈ, ਆ ਕੇ ਪਰ ਪਹਿਲਾ ਘੰਟਾ ਸਾਡੇ ਸਵਾਲਾਂ ਦਾ ਜਵਾਬ ਦੇਣਾ ਪਏਗਾ। ਉਸ ਤੋਂ ਬਾਅਦ ਤੇਰਾ ਵੀ ਗੱਲ ਸੁਣ ਲਾਂਗੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਜੀ, ਸੋ ਬੈਲੈਂਸ ਹੋਣਾ ਚਾਹੀਦਾ। ਅਸੀਂ ਗੱਲਬਾਤ ਕੀਤੀ ਹੈ ਸੀਨੀਅਰ ਪੱਤਰਕਾਰ ਹਮੀਰ ਸਿੰਘ ਉਹਨਾਂ ਦੇ ਨਾਲ, ਜਿਸ ਦਾ ਇੱਕ ਨਿਚੋੜ ਇਹ ਨਿਕਲਦਾ ਹੈ ਕਿ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਖਾਸ ਕਰ, ਉਹਨਾਂ ਦੇ ਆਗੂ ਜਲਦ ਤੋਂ ਜਲਦ ਜੋ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਚੋਣ ਪ੍ਰਚਾਰ ਕਿਵੇਂ ਹੋਣਾ, ਕਦੋਂ ਹੋਣਾ, ਕਿਹਨੇ ਕਰਨਾ, ਕਿਹਨੇ ਨਹੀਂ ਕਰਨਾ, ਇਸ ਬਾਰੇ ਇੱਕ ਸਥਿਤੀ ਸਪਸ਼ਟ ਕਰਦਾ ਆਪਣਾ ਇੱਕ ਸਵਾਲਨਾਮਾ ਤਿਆਰ ਕਰਨ, ਆਪਣਾ ਇੱਕ ਉਸ ਦਾ ਪ੍ਰੋਪਰ ਜਿਹੜਾ ਹੈਗਾ ਲਿਖਤੀ ਤੌਰ ਦੇ ਉੱਤੇ ਕੁਛ ਨਾ ਕੁਛ ਜ਼ਰੂਰ ਜਾਰੀ ਕਰਨ, ਬਜਾਏ ਇਸ ਦੇ ਕਿ ਜ਼ੁਬਾਨੀ ਕਲਾਮੀ ਕਹਿ ਦਿੱਤਾ ਗਿਆ ਤੇ ਮੀਡੀਆ ਨੇ ਜੋ ਕੁਝ ਛਾਪਿਆ, ਲਿਖਿਆ ਜਾਂ ਪੇਸ਼ ਕੀਤਾ ਉਸੇ ਨੂੰ ਆਧਾਰ ਬਣਾ ਕੇ ਉਸ ਦੇ ਉੱਤੇ ਅੱਗੇ ਚਰਚਾਵਾਂ, ਪ੍ਰਤੀਕਰਮ ਹੋ ਰਹੇ ਨੇ। ਇਹ ਜ਼ਿਆਦਾ ਘਾਤਕ ਹੈ। ਇਹ ਮੇਰੇ ਖਿਆਲ 'ਚ ਨਹੀਂ ਲੱਗਦਾ ਕਿ ਇਸ ਨਾਲ ਜੋ ਸਹੀ ਭਾਵਨਾ ਸੀ ਕਿਸਾਨ ਮੋਰਚੇ ਦੀ, ਸੰਯੁਕਤ ਕਿਸਾਨ ਮੋਰਚੇ ਦੀ, ਇਹ ਗੱਲ ਕਹਿਣ ਦੀ ਕਿ ਚੋਣ ਪ੍ਰਚਾਰ ਤੋਂ ਹਾਲੇ ਪਰਹੇਜ਼ ਕੀਤਾ ਜਾਏ, ਉਹ ਸਹੀ ਤਰ੍ਹਾਂ ਨਾਲ ਲੋਕਾਂ ਤੱਕ ਨਹੀਂ ਗਈ ਹੈ। ਜ਼ਰੂਰੀ ਹੈ ਕਿ ਜਲਦ ਤੋਂ ਜਲਦ ਕਿਸਾਨ ਮੋਰਚਾ ਇਸ ਗੱਲ ਵੱਲ ਜ਼ਰੂਰ ਰੁਚਿਤ ਹੋਏਗਾ, ਧਿਆਨ ਦੇਏਗਾ ਤੇ ਬਕਾਇਦਾ ਤੌਰ ਤੇ ਇੱਕ ਸਿੱਕੇਬੰਦ ਲਿਖਤੀ ਜਿਹੜਾ ਹੈਗਾ ਆਪਣਾ ਜੋ ਵੀ ਉਹਨਾਂ ਦੀ ਗੱਲ ਹੈ ਉਸ ਨੂੰ ਪਬਲਿਕ ਡੋਮੇਨ ਦੇ ਵਿੱਚ ਰੱਖਣਗੇ, ਤਾਂ ਜੋ ਸਹੀ ਤਰੀਕੇ ਨਾਲ ਉਹ ਅਸਲੀ ਸਪਿਰਿਟ ਦੇ ਵਿੱਚ ਸਾਰਿਆਂ ਤੱਕ ਸਣੇ ਪੋਲੀਟੀਕਲ ਪਾਰਟੀਆਂ, ਭਾਵੇਂ ਸੱਤਾ 'ਚ ਬੈਠੀਆਂ, ਭਾਵੇਂ ਵਿਰੋਧ 'ਚ ਬੈਠੀਆਂ ਨੇ, ਜਾਂ ਜਿਨ੍ਹਾਂ ਨੇ ਹੋਰ ਦਖਲ ਦੇਣਾ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਾਹਰੋਂ ਆ ਕੇ ਜਾਂ ਅੰਦਰੋਂ ਉੱਠ ਕੇ, ਉਹਨਾਂ ਤੱਕ ਸਹੀ ਰੂਪ 'ਚ ਪਹੁੰਚਦਾ ਹੋ ਸਕੇ। ਸਭ ਤੋਂ ਵੱਡੀ ਗੱਲ ਕਿ ਕਿਸੇ ਵੀ ਰੂਪ 'ਚ ਕਿਸਾਨਾਂ ਦੇ ਇਸ ਵੱਡੀ ਜੋ ਪਹਿਲ ਕਦਮੀ ਹੈ ਕਿ ਜਿਵੇਂ ਕਿ ਹਮੀਰ ਸਿੰਘ ਉਹਨਾਂ ਨੇ ਵੀ ਸ਼ੁਰੂਆਤ 'ਚ ਕਿਹਾ ਹੈ ਕਿ ਆਜ਼ਾਦ ਭਾਰਤ 'ਚ ਸ਼ਾਇਦ ਪਹਿਲੀ ਵਾਰ ਹੋਇਆ ਸੀ ਕਿ ਲੋਕਾਂ ਨੇ, ਆਪਾਂ ਕਿਸਾਨ ਇੱਕ ਵੰਨਗੀ ਲੈ ਰਹੇ ਹਾਂ, ਇੱਕ ਵਰਗ ਲੈ ਰਹੇ ਹਾਂ, ਪਰ ਅਸਲੀ 'ਚ ਗੱਲ ਕਰਨੀ ਬਣਦੀ ਹੈ, ਜੋ ਸੰਗਿਆ ਵਰਤਣੀ ਬਣਦੀ ਹੈ, ਉਹ ਹੈ ਲੋਕਾਂ ਨੇ ਪਹਿਲੀ ਵਾਰ ਸਿਆਸੀ ਆਗੂਆਂ ਨੂੰ, ਸਿਆਸੀ ਪਾਰਟੀਆਂ ਨੂੰ ਆਪਣੇ ਕੋਲ ਆਉਣ ਲਈ ਮਜਬੂਰ ਕੀਤਾ ਹੈ ਕਿ ਹੁਣ ਤੁਹਾਨੂੰ ਅਸੀਂ ਜਿਹੜਾ ਦੱਸਣਾ ਚਾਹਾਂਗੇ ਕਿ ਸਾਡੇ ਤੋਂ ਵੋਟਾਂ ਤੁਸੀਂ ਕਿਸ ਰੂਪ 'ਚ, ਕਦੋਂ ਤੇ ਕਿਵੇਂ ਤੇ ਕਿਉਂ ਮੰਗੋ। ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸ ਵੱਡੀ ਪ੍ਰਾਪਤੀ ਨੂੰ ਜਿਹੜਾ ਹੈਗਾ ਇਸੇ ਸ਼ਾਨਾਮਤੇ ਢੰਗ ਨਾਲ ਅੱਗੇ ਜਾਰੀ ਰੱਖਣ ਲਈ ਜ਼ਰੂਰੀ ਹੈ, ਇੱਕ ਵਾਰ ਦੁਬਾਰਾ ਰਿਪੀਟ ਕਰ ਰਹੇ ਹਾਂ ਅਸੀਂ ਕਿ ਸਾਡਾ ਮਸ਼ਵਰਾ ਹੈ, ਸਾਡੇ ਤੋਂ ਸਿਆਣੇ ਨੇ ਕਿਸਾਨ, ਕਿ ਜ਼ਰੂਰੀ ਹੈ ਕਿ ਉਸ ਨੂੰ ਸਿੱਕੇਬੰਦ ਤਰੀਕੇ ਦੇ ਨਾਲ, ਪ੍ਰੋਪਰ ਪ੍ਰੋਸੀਜਰ ਦੇ ਨਾਲ ਨਸ਼ਰ ਕੀਤਾ ਜਾਏ, ਲੋਕਾਂ ਤੱਕ ਪੁੱਜਦਾ ਕੀਤਾ ਜਾਏ। ਬਹੁਤ ਸ਼ੁਕਰੀਆ ਜੀ ਹਮੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।